किताब खाड़कू संघर्ष की साखी अणजाणे अणगौले सिद्दकी अते योधे। लेखक भाई दलजीत सिंह। पाठ तीजा 18 वाले परिवार। 9वें भाग विच सुणो सेवा भावना वाली माता, सेवा वालियां दो बीबियां अते ठहर वाला सूबेदार। वाहिगुरू जी का खालसा वाहिगुरू जी की फतेह। सेवा भावना वाली माता। श्री ਅੰਮ੍ਰਿਤਸਰ शहर के पुराने इलाके विच भीड़ भड़के वाली थां ते एक ਠਾਹਰ सानू टकसाल दे ਸਿੰਘਾਂ ने दित्ती सी। इस घर विच एक बजुर्ग माता, उहदे दो मुंडे अते अगों उन्हां दे परिवार सन। माता दे मुंडे कोई अपना कारोबार करदे सन। परिवार की हालत उस वेले दे हिसाब नाल वधिया सौखी सी। टब्बर दे सारे जी अंम੍ਰਿਤਧਾਰੀ सन। मथरा सिंह अते मैं उदों घोने हुंदे सां। परिवार वालियां ने सानू पहली बार वेख के हैरानी भरी ना खुशी विखाई। टकसाल वाले सिंह ने परिवार नूं साडे बारे दस्सिया तां उन्हां दा वतीरा बहुत प्यार अते अपणात वाला सी। मैं भावें घट वध ही उत्थे जांदा सी, पर मथरा सिंह गाहे बगाहे प्रशादा पाणी छक आउंदा सी। इह घर विच साडे तों बिना मास्टर सुखविंदर सिंह बब्बर खालसा अते गुरजीत सिंह फरडेशन भी आउंदे सन। परिवार वालियां ने उन्हां नूं साडे बारे नहीं दस्सिया सी ਅਤੇ ਨਾ ਹੀ ਸਾਨੂੰ ਉਹਨਾਂ ਬਾਰੇ ਦੱਸਿਆ ਸੀ। ਬਜ਼ੁਰਗ ਮਾਤਾ ਦਾ ਪਤੀ ਕੋਈ ਦਹਾਕਾ ਪਹਿਲਾਂ ਚੜ੍ਹਾਈ ਕਰ ਗਿਆ ਸੀ। ਮਾਤਾ ਬਹੁਤ ਜ਼ੋਰ ਵਾਲੀ ਅਤੇ ਪੂਰੀ ਤਰ੍ਹਾਂ ਪੰਥ ਨੂੰ ਪ੍ਰਣਾਈ ਰੂਹ ਸੀ। ਉਹ ਉਸ ਵੇਲੇ ਕੋਈ 70 ਕੁ ਸਾਲ ਦੇ ਨੇੜੇ ਹੋਣੀ ਹੈ, ਪਰ ਬਹੁਤ ਤੰਦਰੁਸਤ ਸੀ। ਘਰ ਦਾ ਸਾਰਾ ਕੰਮਕਾਰ ਕਰ ਲੈਂਦੀ ਸੀ। ਘਰ ਦੇ ਜੀਆਂ ਵਿੱਚ ਬਹੁਤ ਏਕਾ ਅਤੇ ਪਿਆਰ ਸੀ। ਉਹਦੀਆਂ ਨੂੰਹਾਂ ਸਤਿਕਾਰ ਕਾਰਨ ਹੀ ਮਾਤਾ ਨੂੰ ਕੰਮ ਨਹੀਂ ਕਰਨ ਦਿੰਦੀਆਂ ਸਨ। ਮਾਤਾ ਦੀ ਪਰਿਵਾਰ ਵਿੱਚ ਸਰਦਾਰੀ ਸੀ। ਉਹ ਅੰਮ੍ਰਿਤ ਵੇਲੇ ਨੇਮ ਨਾਲ ਦਰਬਾਰ ਸਾਹਿਬ ਜਾਂਦੀ ਸੀ। ਉੱਥੇ ਸੇਵਾ ਕਰਦੀ ਸੀ ਅਤੇ ਘਰ ਆ ਕੇ ਸਭ ਨੂੰ ਪ੍ਰਸ਼ਾਦ ਵੰਡਦੀ ਸੀ। ਉਹਦਾ ਘਰ ਵਿੱਚ ਬਹੁਤ ਸਮਾਂ ਪਾਠ ਕਰਨ ਵਿੱਚ ਬੀਤਦਾ ਸੀ। ਘਰ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਦੀ ਖਾਸੀਅਤ ਸੀ। ਸਾਡੇ ਸਮੇਤ ਜਿੰਨੇ ਵੀ ਸਿੰਘ ਘਰ ਆਉਂਦੇ ਸਨ, ਉਹ ਸਾਰਿਆਂ ਨੂੰ ਹਾਲ ਚਾਲ ਪੁੱਛਦੀ ਸੀ। ਉਹਨਾਂ ਦੇ ਘਰ ਪਰਿਵਾਰ ਬਾਰੇ ਪੁੱਛਦੀ ਅਤੇ ਉਹਨਾਂ ਦੀਆਂ ਲੋੜਾਂ ਬਾਰੇ ਵੀ ਪੁੱਛਦੀ। ਜਦੋਂ ਵੀ ਸਿੰਘ ਘਰ ਆਉਂਦੇ ਤਾਂ ਪ੍ਰਸ਼ਾਦਾ ਮਾਤਾ ਹੀ ਤਿਆਰ ਕਰਦੀ, ਬਾਕੀ ਪਰਿਵਾਰ ਉਹਦੀ ਮਦਦ ਕਰਦਾ ਸੀ। ਪ੍ਰਸ਼ਾਦਾ ਤਿਆਰ ਕਰਨ ਵੇਲੇ ਉਹ ਪਾਠ ਕਰਦੀ ਰਹਿੰਦੀ ਅਤੇ ਸਾਰੇ ਭਾਂਡੇ ਵੀ ਉਸ ਦਿਨ ਉਹੀ ਧੋਂਦੀ ਸੀ। ਉਹਦੀਆਂ ਨੂੰਹਾਂ ਬਹੁਤ ਕਹਿੰਦੀਆਂ ਸਨ, ਪਰ ਉਹ ਮੰਨਦੀ ਨਹੀਂ ਸੀ। ਉਹ ਹਰ ਵਾਰ ਖਾਸ ਖਾਣਾ ਤਿਆਰ ਕਰਦੀ ਸੀ। 2-2 ਸਬਜ਼ੀਆਂ, ਰਾਇਤਾ, ਫਿਰ ਮਿੱਠਾ ਅਤੇ ਫਿਰ ਚਾਹ ਦੁੱਧ। ਉਹ ਜੋ ਵੀ ਬਣਾਉਂਦੀ ਸੀ ਅਕਸਰ ਜ਼ਿਆਦਾ ਹੀ ਖਾ ਜਾਂਦੇ ਸਾਂ। ਉਹਦੇ ਖਾਣੇ ਵਿੱਚ ਸਵਾਦ ਨਾਲੋਂ ਕਿਸੇ ਪਵਿੱਤਰਤਾ ਦਾ ਅਹਿਸਾਸ ਜ਼ਿਆਦਾ ਮਹਿਸੂਸ ਹੁੰਦਾ ਸੀ। ਜੇ ਕਿਸੇ ਨੇ ਵੱਧ ਖਾਧੇ ਜਾਣ ਬਾਰੇ ਕਹਿਣਾ ਤਾਂ ਉਹਨੇ ਖੁਸ਼ ਹੀ ਹੋਣਾ। ਅਸੀਂ ਜਦੋਂ ਵੀ ਸ੍ਰੀ ਅੰਮ੍ਰਿਤਸਰ ਹੁੰਦੇ ਤਾਂ ਸਾਡੀ ਇੱਛਾ ਹੁੰਦੀ ਕਿ ਪ੍ਰਸ਼ਾਦਾ ਮਾਤਾ ਕੋਲ ਛਕਿਆ ਜਾਵੇ। ਉਸ ਮਾਤਾ ਦਾ ਸਾਡੇ 'ਤੇ ਕਾਫੀ ਪ੍ਰਭਾਵ ਸੀ। ਅਸੀਂ ਜਦੋਂ ਵੀ ਜਾਣਾ ਅਕਸਰ ਉਹਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਮਹਿਸੂਸ ਹੁੰਦਾ ਸੀ। ਜਦੋਂ ਮਾਸਟਰ ਸੁਖਵਿੰਦਰ ਸਿੰਘ ਬੱਬਰ ਕੈਟਾਂ ਰਾਹੀਂ ਚੁੱਕਿਆ ਗਿਆ ਤਾਂ ਸਾਨੂੰ ਕਿਤੋਂ ਕੁਝ ਪਤਾ ਨਹੀਂ ਚੱਲਿਆ। ਉਹ ਮਾਤਾ ਬਹੁਤ ਡੂੰਘੀ ਅਰਦਾਸ ਵਿੱਚ ਚਲੀ ਗਈ। ਉਹਨੇ ਦੱਸਿਆ ਕਿ ਸਿੰਘ ਗੁਰੂ ਨੂੰ ਪਿਆਰਾ ਹੋ ਗਿਆ। ਫਿਰ ਉਹਨੇ ਪਾਠ ਕਰਕੇ ਭੋਗ ਪਾਇਆ। ਉਹਨੇ ਮਥਰਾ ਸਿੰਘ ਨੂੰ ਕਿਹਾ, ਤੂੰ ਵੀ ਧਿਆਨ ਰੱਖਿਆ ਕਰ, ਬਹੁਤ ਘੁੰਮਦਾ ਰਹਿੰਦਾ ਹੈ। ਕੁਝ ਚਿਰ ਮਗਰੋਂ ਮਥਰਾ ਸਿੰਘ ਵੀ ਫੜਿਆ ਗਿਆ ਅਤੇ ਸ਼ਹੀਦ ਹੋ ਗਿਆ। ਮੈਂ ਕਾਫੀ ਚਿਰ ਬਾਅਦ ਉੱਥੇ ਗਿਆ ਤਾਂ ਉਹ ਮਾਤਾ ਉਵੇਂ ਹੀ ਚੜ੍ਹਦੀ ਕਲਾ ਅਤੇ ਸਿਮਰਨ ਦੀ ਮੂਰਤ ਜਾਪਦੀ ਸੀ। ਉਹਨੂੰ ਬਹੁਤ ਉਦਾਸੀ ਵੀ ਸੀ ਕਿ ਸਿੰਘ ਸ਼ਹੀਦ ਹੋ ਗਏ, ਪਰ ਮਾਣ ਵੀ ਸੀ ਕਿ ਚੜ੍ਹਦੀ ਕਲਾ ਨਾਲ ਤਸ਼ੱਦਦ ਸਹਿ ਗਏ। ਉਹ ਇੰਜ ਫਿਕਰ ਅਤੇ ਮੋਹ ਕਰਦੀ ਜਿਵੇਂ ਉਹਦੇ ਆਪਣੇ ਪੁੱਤਰ ਹੋਣ। ਉਹ ਸਿੰਘਾਂ ਲਈ ਰੋਜ਼ ਦੁਆਵਾਂ ਕਰਦੀ। ਫਿਰ ਮੈਂ ਕਾਫੀ ਚਿਰ ਉੱਥੇ ਨਹੀਂ ਗਿਆ ਅਤੇ ਬਾਅਦ ਵਿੱਚ ਫੜਿਆ ਗਿਆ। ਜਦੋਂ ਪਤਾ ਕਰਾਇਆ ਤਾਂ ਖਬਰ ਮਿਲੀ ਕਿ ਮਾਤਾ ਤਾਂ ਬਹੁਤ ਸਮਾਂ ਪਹਿਲਾਂ ਚੜ੍ਹਾਈ ਕਰ ਗਈ। ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਹੁੰਦੇ ਸਾਂ ਤਾਂ ਸਾਨੂੰ ਇੰਜ ਲੱਗਦਾ ਸੀ ਕਿ ਉਹ ਮਾਤਾ ਦੀ ਅਰਦਾਸ ਸਾਨੂੰ ਬਚਾਈ ਰੱਖਦੀ ਹੈ। ਜਦੋਂ ਅਸੀਂ ਉਹਦੇ ਘਰ ਜਾਂਦੇ ਤਾਂ ਉਹਨੂੰ ਤਸੱਲੀ ਆ ਜਾਂਦੀ। ਉਹਦੇ ਪਿਆਰ ਅਤੇ ਸ਼ਰਧਾ ਨਾਲ ਗੁੱਦੇ ਪ੍ਰਸ਼ਾਦੇ ਸਾਡੀ ਸਾਰੀ ਚਿੰਤਾ ਲਾਹ ਦਿੰਦੇ। ਮਾਤਾ ਕੋਲ ਜਾਣਾ ਚੜ੍ਹਦੀ ਕਲਾ ਨਾਲ ਭਰ ਜਾਣਾ ਹੁੰਦਾ ਸੀ। ਅਸੀਂ ਸੰਘਰਸ਼ ਵਿੱਚ ਜੋ ਵੀ ਕੀਤਾ, ਜੂਝੇ, ਸ਼ਹੀਦੀਆਂ ਪਾਈਆਂ, ਤਸ਼ੱਦਦ ਚੱਲਿਆ, ਜੇਲ੍ਹਾਂ ਵਿੱਚ ਮੁਸ਼ਕਲਾਂ ਕੱਟੀਆਂ, ਇਹ ਸਭ ਉਹਨਾਂ ਪਵਿੱਤਰ ਰੂਹਾਂ ਦੀ ਬਰਕਤ ਕਰਕੇ ਹੀ ਕਰ ਸਕੇ। ਉਹਨਾਂ ਦੀਆਂ ਅਸੀਸਾਂ ਅਰਦਾਸਾਂ ਸਾਡੇ ਨਾਲ ਸਨ, ਜਿਸ ਕਰਕੇ ਸਾਡੇ ਅੰਦਰ ਆਪਣੇ ਰਾਹਾਂ 'ਤੇ ਵਧਣ ਦਾ ਹੋਰ ਹੌਸਲਾ ਆਉਂਦਾ ਸੀ। ਇਹੋ ਜਿਹੀਆਂ ਮਾਵਾਂ ਭੈਣਾਂ ਦੀਆਂ ਸਾਂਝੀਆਂ ਅਰਦਾਸਾਂ
ਅਤੇ ਸਮੂਹਕ ਸੁਰਤ ਨੇ ਸਾਡੇ ਕਿਰਦਾਰ ਨੂੰ ਉੱਚਾ ਚੁੱਕੀ ਰੱਖਿਆ। ਇਹ ਸਾਡੀ ਗੈਬੀ ਸ਼ਕਤੀ ਸੀ ਜਿਸ ਬਾਰੇ ਦੁਸ਼ਮਣ ਨੂੰ ਕੋਈ ਇਲਮ ਨਹੀਂ ਸੀ। ਜੇ ਕੁਝ ਜਾਣਕਾਰੀ ਸੀ ਵੀ ਤਾਂ ਉਹਨੂੰ ਇਹ ਯਕੀਨ ਨਹੀਂ ਸੀ ਕਿ ਜ਼ਿੰਦਗੀ ਵੇ ਇਸ ਤਰ੍ਹਾਂ ਵੀ ਚੱਲਦੀ ਹੁੰਦੀ ਹੈ। ਉਸ ਮਾਂ ਨੂੰ ਯਾਦ ਕਰਦਿਆਂ ਹੋਰ ਕਿੰਨੀਆਂ ਹੀ ਮਾਵਾਂ ਯਾਦ ਆਉਂਦੀਆਂ ਹਨ ਜੋ ਇਹੋ ਜਿਹੀਆਂ ਹੀ ਸਨ। ਕਿਸੇ ਬਾਰੇ ਵੀ ਵਧਾ ਕੇ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਪੰਥ ਪ੍ਰਸਤੀ, ਆਪਾ ਵਾਰਨ ਅਤੇ ਪਿਆਰ ਦੇ ਜਿਸ ਧਰਾਤਲ ਉੱਤੇ ਇਹ ਵਿਚਰਦੀਆਂ ਹਨ ਉੱਥੇ ਕੋਈ ਤੁਲਨਾ ਨਹੀਂ ਕੀਤੀ ਜਾਂਦੀ। ਕਮਰਜੀਤ ਸਿੰਘ ਸੁਲਤਾਨਵਿੰਡ ਦੀ ਮਾਤਾ ਦੀ ਸਬਰ ਭਰੀ ਅਰਦਾਸ, ਸਤਪਾਲ ਸਿੰਘ ਢਿੱਲੋਂ ਦੀ ਮਾਤਾ ਦਾ ਸਦਾ ਹੀ ਪ੍ਰਸ਼ਾਦਾ ਤਿਆਰ ਕਰਕੇ ਸਿੰਘਾਂ ਨੂੰ ਉਡੀਕਦੇ ਰਹਿਣਾ, ਗੁਰਸ਼ਰਨ ਸਿੰਘ ਗਾਮੇ ਦੀ ਮਾਤਾ ਦਾ ਸਦਾ ਹੀ ਸਾਡੀ ਸਲਾਮਤੀ ਦੀ ਦੁਆ ਵਿੱਚ ਜੁੜੇ ਰਹਿਣਾ, ਸੁਖਦੇਵ ਸਿੰਘ ਸੁੱਖੇ ਦੀ ਮਾਤਾ ਦੀ ਖਾਮੋਸ਼ ਅਰਦਾਸ, ਬਲਜਿੰਦਰ ਸਿੰਘ ਰਾਜੂ ਦੀ ਮਾਤਾ ਦੀ ਚੜ੍ਹਦੀ ਕਲਾ ਦੀ ਪ੍ਰੇਰਨਾ, ਭਾਈ ਜਿੰਦੇ ਅਤੇ ਮਥਰਾ ਸਿੰਘ ਦੀ ਮਾਤਾ ਦਾ ਪਿਆਰ, ਇਹਨਾਂ ਪਵਿੱਤਰ ਰੂਹਾਂ ਦਾ ਕੋਈ ਸ਼ੁਮਾਰ ਨਹੀਂ ਹੈ। ਇਹ ਸਦਾ ਹੀ ਗੁਰੂ ਦੀ ਬਖਸ਼ਿਸ਼ ਵਜੋਂ ਪੰਥ ਵਿੱਚ ਮੌਜੂਦ ਹੁੰਦੀਆਂ ਹਨ ਅਤੇ ਸਹਿਜ ਹੀ ਸਬਰ ਸਿਦਕ ਦੀ ਕਲਾ ਵਰਤਾਉਂਦੀਆਂ ਹਨ। ਸੇਵਾ ਵਾਲੀਆਂ ਦੋ ਬੀਬੀਆਂ। ਪਿੱਛੇ ਜੇ ਮੈਂ ਰਈਏ ਕੋਲ ਪਿੰਡ ਵਿੱਚ ਆਪਣੇ ਜਾਣ ਪਛਾਣ ਵਾਲਿਆਂ ਕੋਲ ਰਾਤ ਰਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਦਾ ਬਜ਼ੁਰਗ ਗੱਲਾਂ ਕਰਨ ਲੱਗ ਪਿਆ। ਗੱਲਬਾਤ ਵਿੱਚ ਗੱਲ ਖਾੜਕੂ ਸੰਘਰਸ਼ ਦੀ ਚੱਲ ਪਈ। ਉਸ ਬਜ਼ੁਰਗ ਨੇ ਕਿਹਾ ਕਿ ਸਾਡੇ ਮਾਝੇ ਵਿੱਚ ਤਾਂ ਬਹੁਤ ਘਾਣ ਹੋਇਆ ਹੈ। ਇਹ ਲੋਕ ਭਾਵੁਕ ਅਤੇ ਭੋਲੇ ਹਨ। ਜਿੱਧਰ ਨੂੰ ਵੀ ਤੁਰ ਪੈਂਦੇ ਹਨ ਵਹੀਰਾਂ ਕੱਤ ਦਿੰਦੇ ਹਨ ਅਤੇ ਅੱਗਾ ਪਿੱਛਾ ਵੀ ਨਹੀਂ ਸੋਚਦੇ। ਸਾਡੇ ਇਲਾਕੇ ਵਿੱਚ ਕੋਈ ਪਿੰਡ ਜਾਂ ਘਰ ਅਜਿਹਾ ਨਹੀਂ ਜਿਸ ਨੂੰ ਸੇਕ ਨਾ ਲੱਗਾ ਹੋਵੇ। ਸਾਡੇ ਹਰ ਘਰ ਦਾ ਆਪਣਾ ਜਾਂ ਕੋਈ ਜਾਣ ਪਛਾਣ ਵਾਲਾ ਇਹ ਅੱਗ ਵਿੱਚ ਜ਼ਰੂਰ ਸੜਿਆ ਹੈ। ਉਹਦੇ ਅੰਦਰ ਆਮ ਲੋਕਾਂ ਦੇ ਨੁਕਸਾਨ ਦਾ ਬਹੁਤ ਦਰਦ ਸੀ। ਉਹ ਇਸ ਤਰ੍ਹਾਂ ਹੀ ਗੱਲਾਂ ਕਰਦਾ ਰਿਹਾ। ਸ਼ਾਇਦ ਉਹਨੂੰ ਇਹ ਗੱਲਾਂ ਕਰਕੇ ਆਰਾਮ ਮਿਲ ਰਿਹਾ ਸੀ ਕਿ ਉਹ ਆਪਣਾ ਫਰਜ਼ ਅਦਾ ਕਰ ਰਿਹਾ। ਉਹਨੇ ਕਈ ਸਾਰੀਆਂ ਦਰਦ ਭਰੀਆਂ ਵਾਰਤਾਵਾਂ ਸੁਣਾਈਆਂ। ਉਹਨਾਂ ਵਿੱਚੋਂ ਇੱਕ ਮੇਰੇ ਮਨ ਵਿੱਚ ਬੈਠ ਗਈ, ਕਿਉਂਕਿ ਉਸ ਘਟਨਾ ਬਾਰੇ ਮੈਂ ਪਹਿਲਾਂ ਵੀ ਸੁਣਿਆ ਹੋਇਆ ਸੀ, ਪਰ ਘਟਨਾ ਦੇ ਪਾਤਰਾਂ ਬਾਰੇ ਪੂਰਾ ਪਤਾ ਨਹੀਂ ਸੀ। ਉਸ ਨੇ ਮੈਨੂੰ ਦੱਸਿਆ ਕਿ ਸਾਰੇ ਸ਼ਹੀਦ ਹੋਏ ਸਿੰਘਾਂ ਜਾਂ ਮਾਰੇ ਗਏ ਲੋਕਾਂ ਦਾ ਪੂਰਾ ਵੇਰਵਾ ਇਕੱਠਾ ਹੋਇਆ ਹੈ। ਮੈਂ ਕਿਹਾ, ਨਹੀਂ, ਅਜੇ ਸਾਰਿਆਂ ਦਾ ਪਤਾ ਨਹੀਂ ਲੱਗਿਆ, ਪਰ ਕਈ ਸਿੰਘ ਅਤੇ ਜਥੇਬੰਦੀਆਂ ਇਸ ਕੰਮ ਵਿੱਚ ਲੱਗੇ ਹੋਏ ਹਨ। ਸਾਰਾ ਸੱਚ ਤਾਂ ਸਾਹਮਣੇ ਆਉਣਾ ਮੁਸ਼ਕਲ ਲੱਗਦਾ ਹੈ, ਕਿਉਂਕਿ ਇਹਦਾ ਪਸਾਰ ਹੀ ਬਹੁਤ ਵੱਡਾ ਸੀ। ਫਿਰ ਉਸ ਬਜ਼ੁਰਗ ਨੇ ਦੋ ਬੀਬੀਆਂ ਦੀ ਗਾਥਾ ਸੁਣਾਈ ਜੋ ਉਹਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸਨ ਅਤੇ ਪਿੱਛੋਂ ਉਹ ਖਡੂਰ ਸਾਹਿਬ ਦੇ ਇਲਾਕੇ ਦੀਆਂ ਸਨ। ਇੱਕ ਬੀਬੀ ਦਾ ਵਿਆਹ ਸਰਕਾਰੀ ਮੁਲਾਜ਼ਮ ਨਾਲ ਹੋਇਆ ਸੀ ਜੋ ਲੁਧਿਆਣੇ ਨੌਕਰੀ ਕਰਦਾ ਸੀ ਅਤੇ ਆਪਣੇ ਦਫ਼ਤਰ ਦੇ ਨੇੜੇ ਹੀ ਹੈਬੋਵਾਲ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਇੱਥੇ ਇਹਨਾਂ ਦਾ ਰਾਬਤਾ ਟਾਈਗਰ ਫੋਰਸ ਦੇ ਸਿੰਘਾਂ ਨਾਲ ਹੋ ਗਿਆ ਤੇ ਉਹ ਇਹਨਾਂ ਦੇ ਘਰ ਆਉਣ ਜਾਣ ਲੱਗ ਪਏ। ਹੌਲੀ ਹੌਲੀ ਉਹ ਇਹਨਾਂ ਦੇ ਬਹੁਤ ਨੇੜੇ ਹੋ ਗਏ ਅਤੇ ਆਪਣਾ ਸਾਰਾ ਮਾਲ ਅਸਲਾ ਵੀ ਇੱਥੇ ਰੱਖਣ ਲੱਗ ਪਏ। ਫਿਰ ਉਹ ਬਜ਼ੁਰਗ ਨੇ ਉਸ ਬੀਬੀ ਦਾ ਨਾਂ ਲੈ ਕੇ ਉਹਨੂੰ ਯਾਦ ਕੀਤਾ ਕਿ ਉਹ ਬਹੁਤ ਚੰਗੀ ਅਤੇ ਸੂਝਵਾਨ ਕੁੜੀ ਸੀ। ਉਹ ਜਾਂ ਤਾਂ ਉਹਨਾਂ ਸਿੰਘਾਂ ਦੀ ਸੇਵਾ ਵਿੱਚ ਰਹਿੰਦੀ ਜਾਂ ਫਿਰ ਉਹਨਾਂ ਲਈ ਪਾਠ ਕਰਦੀ ਰਹਿੰਦੀ। ਉਹ ਸਾਰਿਆਂ ਨੂੰ ਬਹੁਤ ਪਿਆਰ ਕਰਨ ਵਾਲੀ ਅਤੇ ਸੇਵਾ ਕਰਨ ਵਾਲੀ ਸੀ। ਉਹਨੇ ਆਪਣੇ ਸੁਭਾਅ ਅਨੁਸਾਰ ਸਿੰਘਾਂ ਤੋਂ ਆਪਣਾ ਪਰਿਵਾਰ ਤੇ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ। ਉਹਨਾਂ ਜੁਝਾਰੂ ਸਿੰਘਾਂ ਨਾਲ ਦੁਆਬੇ ਦਾ ਇੱਕ ਨੌਜਵਾਨ ਸਿੰਘ ਵੀ ਸੀ ਜੋ ਬਹੁਤ ਚੰਗੇ ਸੁਭਾਅ ਦਾ ਸੀ ਅਤੇ ਚੜ੍ਹਦੀ ਕਲਾ ਵਾਲਾ ਸੀ। ਉਹਦੇ ਵਿਆਹ ਦੀ ਗੱਲ ਚੱਲੀ ਤਾਂ ਇਹ ਬੀਬੀ ਨੇ ਆਪਣੇ ਪੇਕਿਆਂ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਕੁੜੀ ਦਾ ਵਿਆਹ ਉਹ ਸਿੰਘ ਨਾਲ ਕਰਾ ਦਿੱਤਾ। ਉਹ ਕੁੜੀ ਵੀ ਬਹੁਤ ਸੁਚੱਜੀ ਅਤੇ ਭੋਲੀ ਭਾਲੀ ਸੀ। ਦੋਵੇਂ ਬੀਬੀਆਂ ਆਪਣਾ ਸਮਾਂ ਸਿੰਘਾਂ ਦੀ ਸੇਵਾ ਅਤੇ ਸੰਘਰਸ਼ ਲਈ ਅਰਦਾਸ ਵਿੱਚ ਗੁਜ਼ਾਰ ਦਿੰਦੀਆਂ। ਵਿਆਹ ਤੋਂ 3 ਕੁ ਮਹੀਨਿਆਂ ਬਾਅਦ ਕੋਈ ਸਿੰਘ ਫੜਿਆ ਗਿਆ ਜੋ ਇਹਨਾਂ ਕੋਲ ਆਇਆ ਸੀ। ਉਹਦੇ ਦੱਸਣ ਉੱਤੇ ਲੁਧਿਆਣਾ ਪੁਲਿਸ ਦੇ ਅਫਸਰਾਂ ਨੇ ਸਾਰਾ ਪਰਿਵਾਰ ਹੀ ਚੁੱਕ ਲਿਆ। ਕੁਝ ਦਿਨਾਂ ਵਿੱਚ ਹੀ ਉਸ ਜਥੇ ਦੇ ਕਈ ਸਿੰਘ ਫੜੇ ਗਏ। ਨਵਾਂ ਵਿਆਹਿਆ ਜੋੜਾ ਵੀ ਫੜਿਆ ਗਿਆ। ਪੁਲਿਸ ਨੇ ਖਾੜਕੂ ਸਿੰਘਾਂ ਦੇ ਮੁਕਾਬਲੇ ਬਣਾ ਦਿੱਤੇ ਅਤੇ ਇਨਾਮ ਵੀ ਲੈ ਲਏ। ਇਹਨਾਂ ਦੋਵਾਂ ਬੀਬੀਆਂ ਅਤੇ ਸਰਕਾਰੀ ਮੁਲਾਜ਼ਮ ਘਰ ਵਾਲੇ ਨੂੰ ਵੀ ਪੁਲਿਸ ਨੇ ਮਾਰ ਕੇ ਨਹਿਰ ਵਿੱਚ ਰੋੜ ਦਿੱਤਾ। ਇਹ ਕਹਿੰਦਿਆਂ ਉਹ ਬਜ਼ੁਰਗ ਦੀਆਂ ਅੱਖਾਂ ਭਰ ਆਈਆਂ ਅਤੇ ਆਵਾਜ਼ ਭਾਰੀ ਹੋ ਗਈ। ਕੁਝ ਪਲ ਰੁਕ ਕੇ ਉਹ ਕਹਿਣ ਲੱਗਾ, ਚਲੋ ਖਾੜਕੂਆਂ ਨੇ ਤਾਂ ਬੰਦੇ ਮਾਰੇ ਹੋਣੇ ਨੇ, ਉਹਨਾਂ ਉੱਤੇ ਇਨਾਮ ਵੀ ਸੀ ਤੇ ਪੁਲਿਸ ਨੇ ਉਹਨਾਂ ਨੂੰ ਮਾਰ ਕੇ ਇਨਾਮ ਲੈ ਲਿਆ। ਪਰ ਇਹ ਕੁੜੀਆਂ ਤਾਂ ਬਹੁਤ ਮਾਸੂਮ ਸਨ। ਉਹਨਾਂ ਨੂੰ ਸੇਵਾ ਕਰਨ, ਪਿਆਰ ਕਰਨ ਅਤੇ ਸਾਰਿਆਂ ਦਾ ਖਿਆਲ ਰੱਖਣ ਤੋਂ ਬਿਨਾਂ ਹੋਰ ਕੁਝ ਪਤਾ ਹੀ ਨਹੀਂ ਸੀ।
ਜੇ ਉਹਨਾਂ ਨੂੰ ਛੱਡ ਦਿੰਦੇ ਤਾਂ ਸਰਕਾਰ ਦਾ ਕੀ ਨੁਕਸਾਨ ਹੋ ਜਾਂਦਾ। ਫਿਰ ਉਹਨੇ ਆਪਣੇ ਆਪ ਨੂੰ ਸਵਾਲ ਕੀਤਾ, ਉਹਨਾਂ ਨੂੰ ਪੁਲਿਸ ਵਾਲੇ ਕਿਵੇਂ ਮਾਰਿਆ ਹੋ? ਉਹ ਤਾਂ ਇੰਨੀਆਂ ਪਿਆਰੀਆਂ ਸਨ। ਇੰਨੇ ਵਿੱਚ ਦੁੱਧ ਆ ਗਿਆ। ਗੱਲ ਦਾ ਰੌਂ ਬਦਲ ਗਿਆ। ਦੁੱਧ ਪੀਂਦਿਆਂ ਉਹ ਬਜ਼ੁਰਗ ਫਿਰ ਕਹਿਣ ਲੱਗਾ, ਮੈਨੂੰ ਉਹਨਾਂ ਕੁੜੀਆਂ ਦੇ ਚਿਹਰੇ ਵਾਰ-ਵਾਰ ਯਾਦ ਆਉਂਦੇ ਹਨ, ਪਰ ਉਹ ਅਖੀਰਲੇ ਵੇਲੇ ਕਿਹੋ ਜਿਹੇ ਹੋਏ ਹੋਣਗੇ। ਉਹਨਾਂ ਨੂੰ ਕਿਸ ਤਰ੍ਹਾਂ ਮਾਰ ਕੇ ਨਹਿਰ ਵਿੱਚ ਸੁੱਟ ਕੇ ਗੁੰਮਨਾਮ ਕਰ ਦਿੱਤਾ। ਮੈਂ ਇੰਨਾ ਹੀ ਕਿਹਾ, ਇਹ ਦਰਦ ਬਹੁਤ ਵੱਡਾ ਹੈ। ਜਦੋਂ ਉਹ ਬਜ਼ੁਰਗ ਫਤਿਹ ਬੁਲਾ ਕੇ ਚਲਾ ਗਿਆ ਤਾਂ ਮੈਂ ਵੀ ਇਸ ਛੋਟੀ ਜਿਹੀ ਕਹਾਣੀ ਬਾਰੇ ਸੋਚਣ ਲੱਗਾ। ਮੈਨੂੰ ਵੀ ਇਹ ਗੱਲ ਕਈ ਵਾਰ ਚੇਤੇ ਆਉਂਦੀ ਹੈ ਤਾਂ ਸੋਚਦਾ ਹਾਂ ਕਿ ਅਜਿਹੀਆਂ ਮਾਸੂਮ ਅਤੇ ਪਾਕ ਰੂਹਾਂ ਦੀ ਯਾਦ ਨੂੰ ਕਿਵੇਂ ਸਾਂਭਿਆ ਜਾਵੇ। ਠਾਹਰ ਵਾਲਾ ਸੂਬੇਦਾਰ। ਇਹ ਗੱਲ ਉਦੋਂ ਦੀ ਹੈ ਜਦੋਂ ਮੈਂ 1996 ਵਿੱਚ ਲੁਧਿਆਣਾ ਪੁਲਿਸ ਕੋਲ ਪਹਿਲੀ ਵਾਰ ਫੜਿਆ ਹੋਇਆ ਸਾਂ। ਰਾਤ ਵੇਲੇ ਕਈ ਵਾਰ ਪੁਲਿਸ ਦੇ ਅਫਸਰ ਖੁੱਲ੍ਹ ਕੇ ਗੱਲਾਂ ਕਰਨ ਲਈ ਆ ਜਾਂਦੇ ਸਨ, ਜਾਂ ਇਉਂ ਕਹੋ ਕਿ ਉਹ ਆਪਣਾ ਮਨ ਹੌਲਾ ਕਰਨ ਲਈ ਜਾਂ ਇਹ ਵਿਖਾਉਣ ਲਈ ਆਉਂਦੇ ਸਨ ਕਿ ਸਾਨੂੰ ਵੀ ਕੁਝ ਹਮਦਰਦੀ ਹੈ ਜੋ ਦਫ਼ਤਰੀ ਜਾਂ ਕਾਨੂੰਨੀ ਰੂਪ ਵਿੱਚ ਨਹੀਂ ਵਿਖਾਈ ਜਾ ਸਕਦੀ। ਬਹੁਤੀ ਵਾਰ ਉਹਨਾਂ ਨੇ ਸ਼ਰਾਬ ਪੀਤੀ ਹੁੰਦੀ ਸੀ। ਉਹ ਮੈਨੂੰ ਸੰਘਰਸ਼ ਦਾ ਨੁਮਾਇੰਦਾ ਜਾਣ ਕੇ ਆਪਣਾ ਪੱਖ ਸੁਣਾਉਣ ਆਉਂਦੇ ਸਨ ਅਤੇ ਕਈ ਵਾਰ ਮੇਰਾ ਪੱਖ ਵੀ ਜਾਣਨਾ ਚਾਹੁੰਦੇ ਹੁੰਦੇ ਸਨ। ਇਵੇਂ ਹੀ ਇੱਕ ਦਿਨ ਤਸ਼ੱਦਦ ਦੀਆਂ ਗੱਲਾਂ ਕਰਦਿਆਂ ਇੱਕ ਅਫਸਰ ਨੇ ਇੱਕ ਸਾਬਕਾ ਫੌਜੀ ਦੀ ਤਸ਼ੱਦਦ ਸਹਿਣ ਦੀ ਹੱਦ ਕਰਨ ਦੀ ਕਹਾਣੀ ਸੁਣਾਈ। ਉਹਨਾਂ ਦਿਨਾਂ ਵਿੱਚ ਲੁਧਿਆਣੇ ਵਿੱਚ ਸੈਣੀ, ਬੇਦੀ, ਸ਼ਿਵ ਕੁਮਾਰ ਗਿੱਲ, ਪਿੰਕੀ, ਮਨਮੋਹਨ ਸਿੰਘ ਤੇ ਸੰਤ ਕੁਮਾਰ ਦੀ ਪੂਰੀ ਟੋਲੀ ਕੰਮ ਕਰਦੀ ਸੀ। ਇਹਨਾਂ ਬੰਦਿਆਂ ਨੇ ਹੀ ਸੰਘਰਸ਼ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਸੀ। ਇਹਨਾਂ ਨੂੰ ਕੇਂਦਰ ਸਰਕਾਰ ਤੋਂ ਬਹੁਤ ਇਨਾਮ ਮਿਲੇ ਸਨ। ਪੰਜਾਬ ਪੁਲਿਸ ਵਿੱਚ ਅੱਡ-ਅੱਡ ਗਰੋਹ ਬਣੇ ਹੋਏ ਸਨ ਅਤੇ ਉਹਨਾਂ ਵਿੱਚ ਇਨਾਮ ਅਤੇ ਅਹੁਦੇ ਹਾਸਲ ਕਰਨ ਦੀ ਦੌੜ ਲੱਗੀ ਰਹਿੰਦੀ ਸੀ। ਉਹਨਾਂ ਦੀ ਇਹ ਖਹਿਬਾਜ਼ੀ ਅਤੇ ਲਾਲਚ ਵਾਲੀ ਦੌੜ ਨੇ ਬਹੁਤ ਮਾਸੂਮਾਂ ਦੀ ਜਾਨ ਲਈ ਅਤੇ ਬੜਿਆਂ ਨੂੰ ਦਰਿੰਦਗੀ ਦੀ ਹੱਦ ਤੱਕ ਤੜਫਾਇਆ। ਲੁਧਿਆਣੇ ਖੰਨੇ ਦੇ ਇਲਾਕੇ ਵਿੱਚ ਭਾਈ ਰਛਪਾਲ ਸਿੰਘ ਸੰਦੜਾਂ ਵਾਲੀ ਜਥੇਬੰਦੀ ਦਾ ਚੰਗਾ ਅਸਰ ਰਸੂਖ ਅਤੇ ਨਾਮ ਸੀ। ਉਹਨਾਂ ਦਾ ਇੱਕ ਇਲਾਕਾ ਮੁਖੀ ਆਪਣੇ ਦਲੇਰੀ ਭਰੇ ਕਾਰਨਾਮਿਆਂ ਕਰਕੇ ਬਹੁਤ ਮਸ਼ਹੂਰ ਸੀ। ਇਹ ਸਿੰਘ ਦੀ ਠਾਰ ਇੱਕ ਸਾਬਕਾ ਸੂਬੇਦਾਰ ਕੋਲ ਸੀ ਜੋ ਆਪਣੇ ਇਲਾਕੇ ਵਿੱਚ ਇੱਜ਼ਤਦਾਰ ਬੰਦਿਆਂ ਵਿੱਚੋਂ ਸੀ। ਮੈਨੂੰ ਗੱਲ ਸੁਣਾਉਣ ਵਾਲੇ ਪੁਲਿਸ ਅਫਸਰ ਨੇ ਦੱਸਿਆ ਕਿ ਉਸ ਇਲਾਕੇ ਦੇ ਪੁਲਿਸ ਅਫਸਰ ਨੂੰ ਆਪਣੇ ਨਿੱਜੀ ਸੂਏ ਰਾਹੀਂ ਪਤਾ ਲੱਗਿਆ ਕਿ ਉਸ ਸੂਬੇਦਾਰ ਕੋਲ ਇਹ ਸਿੰਘ ਆਉਂਦਾ ਹੈ। ਖਬਰ ਦੇਣ ਵਾਲਾ ਪੱਕਾ ਬੰਦਾ ਸੀ। ਖਬਰੀ ਦੇ ਦੱਸਣ ਅਨੁਸਾਰ ਨਾ ਸਿਰਫ ਠਾਰ ਹੀ ਸੀ, ਸਗੋਂ ਉਹਨਾਂ ਦਾ ਸਮਾਨ ਵੀ ਉਸ ਸੂਬੇਦਾਰ ਕੋਲ ਰੱਖਿਆ ਹੁੰਦਾ ਸੀ। ਉਹ ਸਾਰੀ ਜਥੇਬੰਦੀ ਦਾ ਹੀ ਖਾਸ ਟਿਕਾਣਾ ਸੀ। ਉਹ ਅਫਸਰ ਕਹਿਣ ਲੱਗਾ ਕਿ ਫੌਜੀ ਹੋਣ ਕਾਰਨ ਅਸੀਂ ਇੱਕਦਮ ਕਾਰਵਾਈ ਨਹੀਂ ਕਰ ਸਕਦੇ ਸਾਂ। ਅਸੀਂ ਉਹਦੇ ਉੱਤੇ ਹੋਰ ਨਿਗਾਹ ਵਧਾ ਦਿੱਤੀ। ਇਤਲਾਹ ਮਿਲੀ ਕਿ ਉਸ ਠਾਰ ਉੱਤੇ ਸਮਾਨ ਆਇਆ ਹੈ। ਜਥੇਬੰਦੀ ਦੇ ਸਾਰੇ ਸਮਾਨ ਦੀ ਜ਼ਿੰਮੇਵਾਰੀ ਵੀ ਇਸੇ ਸੂਬੇਦਾਰ ਦੀ ਹੈ। ਉਹ ਅਫਸਰ ਕਹਿਣ ਲੱਗਾ ਕਿ ਸਾਡੇ ਉਸ ਸੂਏ ਦੀ ਕਦੇ ਵੀ ਕੋਈ ਖਬਰ ਗਲਤ ਨਹੀਂ ਹੋਈ ਸੀ, ਇਸ ਕਰਕੇ ਅਸੀਂ ਪੂਰੇ ਭਰੋਸੇ ਵਿੱਚ ਸਾਂ। ਗੱਲ ਉੱਪਰ SSP ਤੱਕ ਗਈ ਤਾਂ ਉੱਪਰੋਂ ਹੁਕਮ ਆ ਗਿਆ ਕਿ ਉਸ ਸੂਬੇਦਾਰ ਨੂੰ ਚੁੱਕ ਲਿਆਓ ਅਤੇ ਚੰਗੀ ਤਰ੍ਹਾਂ ਤਲਾਸ਼ੀ ਲਓ। ਪੁਲਿਸ ਨੇ ਤੜਕੇ ਜਾ ਕੇ ਛਾਪਾ ਮਾਰਿਆ ਅਤੇ ਉਸ ਨੂੰ ਚੁੱਕ ਲਿਆਂਦਾ, ਪਰ ਘਰ ਦੀ ਤਲਾਸ਼ੀ ਵਿੱਚੋਂ ਲਾਇਸੈਂਸੀ ਹਥਿਆਰ ਤੋਂ ਬਿਨਾਂ ਕੁਝ ਨਾ ਮਿਲਿਆ। ਉਹਨਾਂ ਦਿਨਾਂ ਵਿੱਚ ਲੁਧਿਆਣੇ ਵਾਲੇ ਤਸੀਹੇ ਕੇਂਦਰ ਦਾ ਨਾਮ ਮਸ਼ਹੂਰ ਹੋ ਗਿਆ ਸੀ। ਕੋਈ ਬੰਦਾ ਉੱਥੇ ਮਾਰ ਦੀ ਅੱਧੀ ਘੜੀ ਨਹੀਂ ਸੀ ਚੱਲਦਾ। ਬੰਦਾ ਗਲੋਟੇ ਵਾਂਗ ਉੱਧੜ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਪੁਲਿਸ ਦੀ ਦਹਿਸ਼ਤ ਬਹੁਤ ਸੀ ਅਤੇ ਅਫਸਰ ਵੀ ਇੱਕ ਤੋਂ ਇੱਕ ਵੱਧ ਕੇ ਜ਼ਾਲਮ ਸਨ। ਉਹ ਅਫਸਰ ਕਹਿਣ ਲੱਗਾ ਕਿ ਅਸੀਂ ਪਹਿਲਾਂ ਉਹ ਸੂਬੇਦਾਰ ਨੂੰ ਇੱਜ਼ਤ ਨਾਲ ਬਿਠਾ ਕੇ ਕਿਹਾ, ਤੇਰੇ ਕੋਲ ਬੰਦੇ ਅਤੇ ਹਥਿਆਰ ਹਨ, ਉਹ ਸਾਨੂੰ ਭਲੇ ਮਾਨਸੀ ਨਾਲ ਦੇ ਦੇ। ਉਹ ਸੂਬੇਦਾਰ ਨੇ ਬੜੇ ਠੰਡੇ ਅਤੇ ਸੰਜਮੀ ਤਰੀਕੇ ਨਾਲ ਸਾਨੂੰ ਕਿਹਾ ਕਿ ਤੁਹਾਡੀ ਖਬਰ ਗਲਤ ਹੈ। ਮੇਰੇ ਕੋਲ ਕੋਈ ਹਥਿਆਰ ਨਹੀਂ ਹਨ ਅਤੇ ਮੇਰਾ ਕਿਸੇ ਖਾੜਕੂ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਜਾਂ ਰਿਸ਼ਤਾ ਨਹੀਂ ਹੈ। ਤੁਹਾਨੂੰ ਆਪਣੀ ਖਬਰ ਨੂੰ ਦੁਬਾਰਾ ਪੜਤਾਲਣਾ ਚਾਹੀਦਾ ਹੈ। ਅਫਸਰ ਕਹਿੰਦਾ ਕਿ ਅਸੀਂ ਉਹਨੂੰ ਆਪਣੀ ਗੱਲ ਮਨਵਾਉਣ ਲਈ ਆਪਣੇ ਤਰੀਕੇ ਵਾਲੀ ਪੜਤਾਲ ਸ਼ੁਰੂ ਕਰ ਦਿੱਤੀ, ਪਰ ਹਰ ਵਾਰ ਕੁੱਟ ਖਾਣ ਤੋਂ ਬਾਅਦ ਉਹਦਾ ਹਰ ਉੱਤਰ ਓਨੇ ਹੀ ਸਹਿਜ ਵਿੱਚ ਅਤੇ ਉਹੀ ਸੀ ਕਿ ਤੁਹਾਨੂੰ ਖਬਰ ਗਲਤ ਮਿਲੀ ਹੈ। ਉਸ ਵੇਲੇ ਉਹਦੀ ਉਮਰ 60 ਦੇ ਨੇੜੇ। ਉਹ ਘੱਟੋ ਘੱਟ 6 ਫੁੱਟ ਲੰਬਾ ਅਤੇ ਸਿਹਤਮੰਦ ਬੰਦਾ ਸੀ। ਉਹ ਅੰਮ੍ਰਿਤਧਾਰੀ ਅਤੇ ਪੱਕਾ ਨਿਤਨੇਮੀ ਸੀ। ਉਹਦੀ ਖਾਤਰ ਇਲਾਕੇ ਦੇ ਲੋਕਾਂ ਨੇ
ਪੰਚਾਇਤਾਂ ਅਤੇ ਸਿਆਣੇ ਧਾਰਮਿਕ ਬੰਦੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਗੱਲ ਬਾਹਰ ਫੈਲਣ ਲੱਗੀ ਤਾਂ ਅਸੀਂ ਫੌਜੀ ਦਫ਼ਤਰ ਤੋਂ ਪਤਾ ਕੀਤਾ ਤਾਂ ਉਹਦਾ ਪਿਛੋਕੜ ਬਹੁਤ ਹੀ ਸਲੀਕੇ ਅਤੇ ਜ਼ਾਬਤੇ ਵਾਲਾ ਸੀ। ਉਹਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਸੀ। ਉਹ ਕਹਿੰਦਾ ਅਖੀਰ ਸਾਡੇ ਅਫਸਰਾਂ ਨੇ ਆ ਕੇ ਆਪਣਾ ਪੱਕਾ ਦਾਅ ਵਰਤਿਆ। ਉਹਨੂੰ ਕਿਹਾ ਕਿ ਸਾਡੀ ਖਬਰ ਪੱਕੀ ਹੈ, ਪਰ ਤੁਸੀਂ ਸਿਰਫ ਅਸਲਾ ਦੇ ਦਿਓ, ਅਸੀਂ ਗੱਲ ਇੱਥੇ ਹੀ ਖਤਮ ਕਰ ਦਿਆਂਗੇ। ਤੁਸੀਂ ਮੁੜ ਆਜ਼ਾਦ ਹੋ ਜਾਓਗੇ ਤੇ ਤੁਹਾਡੇ ਉੱਤੇ ਕੋਈ ਮੁਕੱਦਮਾ ਵੀ ਨਹੀਂ ਬਣੇਗਾ। ਉਹ ਸੂਬੇਦਾਰ ਨੇ ਸਾਡੇ ਅਫਸਰ ਨਾਲ ਅੰਗਰੇਜ਼ੀ ਵਿੱਚ ਬਹੁਤ ਜੁਰਤ ਨਾਲ ਗੱਲ ਕੀਤੀ। ਉਹ ਸੂਬੇਦਾਰ ਨੇ ਸਾਡੇ ਅਫਸਰਾਂ ਨੂੰ ਫਿਰ ਉਸੇ ਪਕਿਆਈ ਨਾਲ ਕਿਹਾ, ਤੁਹਾਡੀ ਖਬਰ ਗਲਤ ਵੀ ਤਾਂ ਹੋ ਸਕਦੀ ਹੈ। ਮੈਨੂੰ ਪਤਾ ਹੈ ਕਿ ਨੌਕਰੀ ਕੀ ਹੁੰਦੀ ਹੈ ਅਤੇ ਦੇਸ਼ ਦੀ ਸੇਵਾ ਕੀ ਹੁੰਦੀ ਹੈ। ਮੈਂ ਜੋ ਕਹਿ ਰਿਹਾ ਹਾਂ ਉਹ ਸੱਚ ਹੈ। ਪੁਲਿਸ ਅਫਸਰ ਨੇ ਅੱਗੇ ਦੱਸਿਆ, ਸਾਨੂੰ ਖਬਰ ਆ ਰਹੀ ਸੀ ਕਿ ਇਹਦੇ ਕੋਲ ਪੱਕਾ ਮੋਰਚਾ ਬਣਿਆ ਹੋਇਆ ਹੈ, ਹਥਿਆਰਾਂ ਦੇ ਪੂਰੇ ਜ਼ਖੀਰੇ ਹਨ। ਸੂਜਾ ਕਹਿ ਰਿਹਾ ਸੀ ਕਿ ਇਹ ਬਹੁਤ ਪੱਕਾ ਬੰਦਾ ਇਸ ਤਰ੍ਹਾਂ ਨਹੀਂ ਮੰਨੇਗਾ, ਇਹਨੂੰ ਸਿਰੇ ਤੱਕ ਖਿੱਚੋ। ਲੋਕਾਂ ਦੇ ਇਕੱਠ ਨੂੰ ਤਾਂ ਉਹਨਾਂ ਵੇਲਿਆਂ ਵਿੱਚ ਕੌਣ ਪੁੱਛਦਾ ਸੀ, ਪਰ ਫੌਜ ਵੱਲੋਂ ਹੋਣ ਕਰਕੇ ਉਹਦਾ ਖਿਆਲ ਰੱਖਣਾ ਪੈ ਰਿਹਾ ਸੀ। ਅਸੀਂ ਉਹਨੂੰ ਲਗਭਗ ਮਹੀਨਾ ਭਰ ਰੱਖਿਆ ਅਤੇ ਉਹਨੂੰ ਹਰ ਤਰ੍ਹਾਂ ਦੇ ਸਖਤ ਤੋਂ ਸਖਤ ਤਸ਼ੱਦਦ ਵਿੱਚੋਂ ਲੰਘਾਇਆ। ਕਸਰ ਬਸ ਇਹੋ ਰੱਖੀ ਕਿ ਮਾਰ ਮਕਾਉਣ ਵਾਲਾ ਗੇਟ ਨਹੀਂ ਚਲਾਉਣਾ ਸੀ। ਕਮਾਲ ਦੀ ਗੱਲ ਸੀ ਕਿ ਉਹ ਸਾਰਾ ਤਸ਼ੱਦਦ ਵੀ ਝੱਲ ਗਿਆ ਅਤੇ ਰਿਹਾ ਵੀ ਚੜ੍ਹਦੀ ਕਲਾ ਵਿੱਚ। ਕਈ ਵਾਰ ਅਸੀਂ ਨਿਤਨੇਮ ਵੇਲੇ ਵੀ ਚੁੱਕ ਲੈਂਦੇ ਕਿ ਸ਼ਾਇਦ ਇਸ ਤਰ੍ਹਾਂ ਹੀ ਟੁੱਟ ਜਾਵੇ, ਪਰ ਉਹ ਬੰਦਾ ਬਹੁਤ ਪੱਕੇ ਨਿਸ਼ਚੇ ਦਾ ਸੀ। ਉਹਨੇ ਆਪਣੀ ਗੱਲ ਜੋ ਪਹਿਲੇ ਦਿਨ ਪਹਿਲੀ ਵਾਰ ਕਹੀ ਸੀ, ਬਸ ਉਹੀ ਰੱਖੀ। ਨੰਗੇ ਭੁੱਖੇ ਰੱਖਣਾ, ਨਾ ਸੌਣ ਦੇਣਾ, ਨਾ ਬੈਠਣ ਦੇਣਾ, ਸਾਰਾ ਦਿਨ ਪੁੱਛ-ਗਿੱਛ ਤੇ ਖਿੱਚ ਪਾੜ ਹੋਣੀ। ਪਰ ਉਹ ਸਾਰਾ ਕੁਝ ਚੱਲੀ ਗਿਆ। ਉਹਦਾ ਯਕੀਨ ਡੋਲਿਆ ਨਹੀਂ। ਉਹਨੇ ਸਾਡੇ ਤੋਂ ਕਈ ਦਿਨ ਇਹ ਗੱਲ ਕਰਕੇ ਵੀ ਚੱਡੇ ਪੜਵਾਏ ਕਿ ਉਹ ਅੱਤਵਾਦੀਆਂ ਨੂੰ ਖਾੜਕੂ ਸਿੰਘ ਕਹਿੰਦਾ ਸੀ। ਅਸੀਂ ਕਈ ਦਿਨ ਟੰਗੀ ਰੱਖਿਆ, ਪਰ ਉਹ ਬੇਥਾ ਦਰਦ ਝੱਲ ਕੇ ਵੀ ਖਾੜਕੂ ਸਿੰਘ ਕਹਿਣੋਂ ਨਹੀਂ ਹਟਿਆ। ਉਹਦਾ ਆਪਣਾ ਤਰਕ ਸੀ ਕਿ ਅਸੀਂ ਫੌਜ ਦੇ ਹਿਸਾਬ ਨਾਲ ਦੁਸ਼ਮਣ ਦੇ ਫੌਜੀਆਂ ਨੂੰ ਵੀ ਫੌਜੀ ਸਮਝਦੇ ਹਾਂ, ਉਹਨਾਂ ਨਾਲ ਬਰਾਬਰ ਦਾ ਸਲੂਕ ਕਰਦੇ ਹਾਂ। ਮੇਰੇ ਲਈ ਪੁਲਿਸ ਵੀ ਅਤੇ ਖਾੜਕੂ ਵੀ ਦੋਵੇਂ ਧਿਰਾਂ ਬਰਾਬਰ ਹਨ। ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹੋ, ਮੇਰੇ ਹਿਸਾਬ ਨਾਲ ਉਹ ਬਰਾਬਰ ਦੀ ਲੜਾਕੂ ਧਿਰ ਫਾਈਟਿੰਗ ਫੋਰਸ ਹਨ। ਇੰਨੇ ਚਿਰ ਵਿੱਚ CRPF ਦੇ ਵੱਡੇ ਅਫਸਰ ਨੇ ਵਿੱਚ ਪੈ ਕੇ ਉਹਦੀ ਜਾਨ ਛੁਡਵਾਈ ਕਿ ਉਹ ਫੌਜ ਦਾ ਅਸੂਲ ਸੱਚਮੁੱਚ ਹੀ ਇਵੇਂ ਹੁੰਦਾ ਹੈ। ਇਹਨੂੰ ਇੰਨੀ ਕੋ ਗੱਲ ਬਦਲੇ ਤੰਗ ਨਾ ਕੀਤਾ ਜਾਵੇ। ਜਦੋਂ ਅਸੀਂ ਉਸ ਤੋਂ ਕੁਝ ਵੀ ਹਾਸਲ ਨਾ ਕਰ ਸਕੇ ਤਾਂ ਉੱਪਰੋਂ ਹੁਕਮ ਆ ਗਿਆ ਕਿ ਇਹਨੂੰ ਛੱਡ ਦਿਓ। ਹੋ ਸਕਦਾ ਹੈ ਇਸ ਵਾਰ ਪੱਕੇ ਬੰਦੇ ਦੀ ਖਬਰ ਗਲਤ ਹੀ ਹੋਵੇ। ਅਸੀਂ ਉਹਨੂੰ ਛੱਡ ਦਿੱਤਾ, ਪਰ ਉਹਦੇ ਪਿੱਛੇ ਖਾਸ ਖਬਰੀ ਲਾ ਦਿੱਤੇ। ਉਹਦੀ ਹਾਲਤ ਬਹੁਤ ਬੁਰੀ ਹੋ ਗਈ ਸੀ। ਉਹ ਕਈ ਮਹੀਨੇ ਆਪਣੇ ਘਰ ਮੰਜੇ ਤੇ ਹੀ ਰਿਹਾ। ਜਦੋਂ ਅਸੀਂ 4 ਕੁ ਮਹੀਨਿਆਂ ਮਗਰੋਂ ਉਹਨੂੰ ਦੁਬਾਰਾ ਚੁੱਕ ਕੇ ਲਿਆਂਦਾ ਤਾਂ ਉਹ ਹਾਲੇ ਦੁਬਾਰਾ ਖੂੰਡੀ ਨਾਲ ਥੋੜ੍ਹਾ ਤੁਰਨ ਲੱਗਿਆ ਸੀ। ਪੁਲਿਸ ਅਫਸਰ ਨੇ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਦੱਸਿਆ ਕਿ ਅਸਲ ਵਿੱਚ 4 ਮਹੀਨਿਆਂ ਬਾਅਦ ਸਾਡੇ ਹੱਥ ਉਹ ਖਾੜਕੂ ਹੀ ਆ ਗਿਆ ਜਿਹਦੀ ਇਹ ਸੂਬੇਦਾਰ ਦੇ ਘਰ ਠਾਰ ਸੀ। ਉਹਦੇ ਨਾਂ ਦੀ ਪੁਲਿਸ ਵਿੱਚ ਬੜੀ ਦਹਿਸ਼ਤ ਸੀ। ਉਹਨੂੰ ਜਦੋਂ ਲੁਧਿਆਣੇ ਖਿੱਚ ਪਾੜ ਲਈ ਲਿਆਂਦਾ ਤਾਂ ਉਹਨੇ 24 ਘੰਟਿਆਂ ਵਿੱਚ ਆਪਣੇ ਕਈ ਬੰਦੇ, ਕਿੰਨਾ ਸਾਰਾ ਅਸਲਾ ਅਤੇ ਸਭ ਠਾਰਾਂ ਦੱਸ ਦਿੱਤੀਆਂ। ਜਿੰਨੀ ਉਹਨੇ ਜਾਣਕਾਰੀ ਦੇ ਦਿੱਤੀ ਸੀ ਉਹਦੇ ਤੇ ਅਸੀਂ ਪੂਰੀ ਕਾਰਵਾਈ ਨਹੀਂ ਸੀ ਕਰ ਸਕਦੇ, ਕਿਉਂਕਿ ਸਾਡੇ ਕੋਲ ਤਾਂ ਇੱਕਦਮ ਇੰਨੀ ਨਫਰੀ ਨਹੀਂ ਸੀ। ਸਾਡੇ ਮਹਿਕਮੇ ਵਿੱਚੋਂ ਕੋਈ ਵੀ ਇੱਕਦਮ ਇੰਨੀ ਜਾਣਕਾਰੀ ਦੀ ਆਮਦ ਲਈ ਆਸਵੰਦ ਨਹੀਂ ਸੀ। ਉਹਦੀ ਜਾਣਕਾਰੀ ਨਾਲ ਉੱਪਰ ਤੱਕ ਤਾਰਾਂ ਖੜਕ ਗਈਆਂ। ਇੱਕਦਮ ਵੱਡੇ ਅਫਸਰ ਆ ਗਏ। ਜਦੋਂ SP ਨੇ ਉਹਨੂੰ ਉਸ ਸੂਬੇਦਾਰ ਬਾਰੇ ਪੁੱਛਿਆ ਤਾਂ ਉਹਨੇ ਬੇਝਿਜਕ ਦੱਸ ਦਿੱਤਾ ਕਿ ਹਾਂ, ਸਾਡੀ ਉਹਦੇ ਕੋਲ ਠਾਰ ਵੀ ਹੈ ਅਤੇ ਉਹਦੇ ਕੋਲ ਸਾਡਾ ਅਸਲਾ ਵੀ ਹੈ। ਉਹਨੇ ਆਪਣੇ ਘਰ ਪੱਕਾ ਭੋਰਾ ਬਣਾਇਆ ਹੋਇਆ ਹੈ, ਬਿਲਕੁਲ ਫੌਜ ਵਾਂਗ। ਸਾਡਾ ਸਮਾਨ ਵੀ ਉਹ ਸਾਂਭਦਾ ਹੈ ਅਤੇ ਕਾਰਵਾਈਆਂ ਦੀਆਂ ਤਕਨੀਕਾਂ ਵੀ ਉਹੀ ਸਿਖਾਉਂਦਾ ਹੈ। ਉਹ ਖਾੜਕੂ ਦੇ ਮੂੰਹੋਂ ਇਹ ਜਾਣਕਾਰੀ ਸੁਣ ਕੇ ਸਾਰੇ ਅਫਸਰ ਹੀ ਦੰਗ ਰਹਿ ਗਏ। ਉਸ ਵੇਲੇ ADGP ਸਮੇਤ ਸਭ ਵੱਡੇ ਅਫਸਰ ਬੈਠੇ ਸਨ। ਇਹ ਸੁਣ ਕੇ ਮੌਕੇ ਦਾ SSP ਅੱਗ ਬਬੂਲਾ ਹੋ ਗਿਆ। ਉਹ ਕਹਿਣ ਲੱਗਾ ਕਿ ਹੁਣੇ ਚੁੱਕ ਕੇ ਲਿਆਓ ਉਹਨੂੰ। ਸਾਡੇ ਫੜਨ ਜਾਣ ਤੋਂ ਪਹਿਲਾਂ ਫੌਜੀ ਨੂੰ ਉਹ ਖਾੜਕੂ ਦੇ ਫੜੇ ਜਾਣ ਦੀ ਖਬਰ ਮਿਲ ਗਈ ਸੀ। ਉਹਨੂੰ ਕੁਝ ਹੋਰ ਬੰਦਿਆਂ ਦੇ ਫੜੇ ਜਾਣ ਦਾ ਪਤਾ ਵੀ ਲੱਗ ਗਿਆ, ਪਰ ਉਹ ਭੱਜਿਆ ਬਿਲਕੁਲ ਨਹੀਂ। ਉਹ ਆਪਣੇ ਘਰ ਹੀ ਰਿਹਾ। ਉਹਨੂੰ ਪਤਾ ਵੀ ਸੀ ਕਿ ਅਸੀਂ ਜਦੋਂ ਉਹਦੇ ਨਾਲ ਸੰਬੰਧਿਤ ਹੋਰਾਂ ਨੂੰ ਫੜ ਰਹੇ ਹਾਂ
ਤਾਂ ਉਹਨੂੰ ਵੀ ਫੜ ਲਾਵਾਂਗੇ। ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਜਦੋਂ ਉਹਨੂੰ ਵੱਡੇ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਤਾਂ ਸਾਹਿਬ ਨੇ ਉਹਨੂੰ ਅਸਲੇ ਬਾਰੇ ਪੁੱਛਿਆ। ਉਹਦਾ ਸਰੀਰ ਪਹਿਲਾਂ ਵਾਲੇ ਤਸ਼ੱਦਦ ਕਰਕੇ ਝੰਬਿਆ ਪਿਆ ਸੀ, ਪਰ ਉਹਨੇ ਫਿਰ ਉਹੀ ਜਵਾਬ ਦਿੱਤਾ ਕਿ ਜੋ ਮੈਂ ਪਹਿਲਾਂ ਕਿਹਾ ਸੀ ਉਹੀ ਸੱਚ ਹੈ, ਮੈਨੂੰ ਕੁਝ ਨਹੀਂ ਪਤਾ। ਸਾਰੇ ਅਫਸਰ ਉਹਨੂੰ ਗਾਲਾਂ ਕੱਢਣ ਲੱਗ ਪਏ ਕਿ ਇਹ ਗੱਲ ਹੁਣ ਅਸੀਂ ਨਹੀਂ, ਸਗੋਂ ਤੇਰਾ ਕਮਾਂਡਰ ਕਹਿ ਰਿਹਾ ਹੈ। ਪਰ ਉਹਦੇ ਉੱਤੇ ਕਿਸੇ ਦੀ ਗੱਲ ਦਾ ਕੋਈ ਅਸਰ ਹੀ ਨਹੀਂ ਸੀ। ਉਹ ਉਵੇਂ ਹੀ ਪਹਿਲੇ ਵਾਲੇ ਸਹਿਜ ਨਾਲ ਬੈਠਾ ਸੀ। ਸਾਡੇ ਮੌਕੇ ਦੇ ਸਾਹਿਬ ਨੇ ਉਹਨੂੰ ਕਿਹਾ, ਫਿਰ ਤੇਰੇ ਸਾਹਮਣੇ ਲਿਆਈਏ ਤੇਰੇ ਜਰਨੈਲ ਨੂੰ। ਉਹਨੇ ਬੜੇ ਠਰਮੇ ਨਾਲ ਕਿਹਾ, ਤੁਹਾਡੀ ਮਰਜ਼ੀ। ਉਸ ਫੜੇ ਹੋਏ ਨੌਜਵਾਨ ਨੂੰ ਬਾਪੂ ਸਾਹਮਣੇ ਲਿਆਂਦਾ ਗਿਆ ਅਤੇ ਉਸਨੇ ਆਉਂਦਿਆਂ ਹੀ ਕਿਹਾ, ਬਾਪੂ ਇਹਨਾਂ ਨੂੰ ਸਮਾਨ ਦੇ ਦਿਓ। ਉਹ ਸੂਬੇਦਾਰ ਬਾਪੂ ਅਸਲ ਵਿੱਚ ਉਸ ਨੌਜਵਾਨ ਦੇ ਕਮਰੇ ਵਿੱਚ ਆਉਣ ਸਾਰ ਹੀ ਸਮਝ ਗਿਆ ਸੀ ਕਿ ਜਿਸ ਕਮਾਂਡਰ ਨੂੰ ਉਹ ਆਪਣਾ ਪੁੱਤ ਸਮਝਦਾ ਸੀ ਉਹ ਬੁਰੀ ਤਰ੍ਹਾਂ ਬਾਜੀ ਹਾਰ ਗਿਆ ਹੈ। ਮੈਂ ਵੇਖਿਆ ਕਿ ਗੱਲ ਸੁਣਾਉਂਦਿਆਂ ਪੁਲਿਸ ਅਫਸਰ ਉਸ ਵੇਲੇ ਵਿੱਚੇ ਹੀ ਪਹੁੰਚ ਗਿਆ, ਜਿਸ ਵੇਲੇ ਦਾ ਉਹ ਬੜੇ ਆਰਾਮ ਨਾਲ ਦ੍ਰਿਸ਼ ਬਣ ਰਿਹਾ ਸੀ। ਇੰਨੇ ਚਿਰ ਬਾਅਦ ਹੀ ਉਹਦੇ ਮਨ ਵਿੱਚ ਉਹ ਫੌਜੀ ਲਈ ਲਗਾਓ ਸੀ ਜਿਸ ਨੂੰ ਉਹ ਮਾਰ ਚੁੱਕੇ ਸਨ। ਉਹ ਅਫਸਰ ਕਹਿਣ ਲੱਗਾ ਕਿ ਜਦੋਂ ਉਹ ਕਮਾਂਡਰ ਨੇ ਫੌਜੀ ਨੂੰ ਸਮਾਨ ਦੇਣ ਲਈ ਕਿਹਾ ਤਾਂ ਉਸ ਵੇਲੇ ਫੌਜੀ ਦਾ ਚਿਹਰਾ ਅਤੇ ਅੰਦਾਜ਼ ਬਸ ਵੇਖਣ ਵਾਲਾ ਹੀ ਸੀ, ਬੰਦਾ ਦੱਸ ਨਹੀਂ ਸਕਦਾ। ਐਡੇ ਤਕੜੇ ਸੂਬੇਦਾਰ ਦਾ ਪੁੱਤਾਂ ਵਰਗਾ ਜਰਨੈਲ, ਜਿਹਦੇ ਜ਼ੋਰ ਨੇ ਉਹਨੇ ਸਾਰੀ ਪੁਲਿਸ ਦੇ ਤਸ਼ੱਦਦ ਨੂੰ ਟਿੱਚ ਜਾਣਿਆ, ਉਹਦੇ ਸਾਹਮਣੇ ਹੀ ਸਿਫਰ ਹੋ ਗਿਆ। ਐਡੇ ਤਕੜੇ ਬੰਦੇ ਦਾ ਮਾਣ ਟੁੱਟਦਾ ਵੇਖ ਕੇ ਸਾਨੂੰ ਵੀ ਅੰਦਰੋਂ ਦੁੱਖ ਲੱਗਾ, ਜਿਵੇਂ ਕਿਸੇ ਜੰਗ ਲੜਦੇ ਜਰਨੈਲ ਦਾ ਪੁੱਤ ਦੁਸ਼ਮਣ ਦਿਆਂ ਪੈਰਾਂ ਵਿੱਚ ਜਾ ਡਿੱਗੇ। ਉਸ ਸੂਬੇਦਾਰ ਦਾ ਐਡਾ ਮਾਣ ਨਿਰਾਸ਼ਾ ਵਿੱਚ ਬਦਲਣਾ ਹੀ ਸੀ। ਉਹਨੇ ਇੱਕ ਵਾਰ ਫੇਰ ਜਰਨੈਲ ਦੇ ਮੂੰਹ ਵੱਲ ਤੱਕਿਆ। ਉਹਦੇ ਮੂੰਹ 'ਤੇ ਕਈ ਰੰਗ ਬਦਲੇ, ਪਰ ਬੋਲਿਆ ਕੁਛ ਨਹੀਂ। ਫਿਰ ਵੱਡੇ ਸਾਹਿਬ ਵੱਲ ਮੂੰਹ ਕਰਕੇ ਕਹਿਣ ਲੱਗਾ, ਇਹਨੂੰ ਸਭ ਪਤਾ, ਲੈ ਜਾਓ, ਦੇ ਦਿਓ। ਅਫਸਰਾਂ ਨੇ ਉਹ ਫੌਜੀ ਨੂੰ ਬਹੁਤ ਬੁਰਾ ਭਲਾ ਕਿਹਾ, ਬਹੁਤ ਤਾਨੇ ਮਿਹਣੇ ਦਿੱਤੇ ਕਿ ਤੂੰ ਇਹਦੇ ਪਿੱਛੇ ਇੰਨੀ ਕੁੱਟ ਖਾਧੀ, ਪਰ ਉਹਨੇ ਕੁਝ ਨਹੀਂ ਕਿਹਾ, ਬਸ ਚੁੱਪ ਵੱਟੀ ਰੱਖੀ। ਜਿੱਥੇ ਬੈਠਾ ਸੀ ਉੱਥੇ ਹੀ ਬੈਠਾ ਰਿਹਾ, ਸਾਹਮਣੇ ਵੱਲ ਝਾਕੀ ਗਿਆ। ਐਦਾਂ ਲੱਗਦਾ ਸੀ ਕਿ ਉਹਦਾ ਸਰੀਰ ਉੱਥੇ ਸੀ, ਉਹ ਆਪ ਕਿਤੇ ਦੂਰ ਚਲਾ ਗਿਆ। ਉਹ ਅਫਸਰ ਕਹਿੰਦਾ, ਅਸੀਂ ਉਹਨੂੰ ਉੱਥੇ ਛੱਡ ਕੇ ਉਹ ਜਰਨੈਲ ਨੂੰ ਨਾਲ ਲੈ ਕੇ ਉਹਦੇ ਪਿੰਡ ਚਲੇ ਗਏ। ਉਹਨੇ ਪਸ਼ੂਆਂ ਵਾਲੇ ਵਾੜੇ ਵਿੱਚ ਖੁਰਲੀ ਦੇ ਥੱਲੇ ਇੱਕ ਛੋਟਾ ਜਿਹਾ ਕਮਰਾ ਬਣਾਇਆ ਹੋਇਆ ਸੀ। ਸਾਰਾ ਸਮਾਨ ਉਹਦੇ ਵਿੱਚ ਰੱਖਿਆ ਹੋਇਆ ਸੀ। ਬਹੁਤ ਸਮਾਨ ਸੀ ਉਹਦੇ ਕੋਲ, ਅਸਾਲਟਾਂ, ਗਰਨੇਡ, ਵੱਡੀਆਂ ਬੰਦੂਕਾਂ। ਇੰਨਾ ਸਮਾਨ ਕਾਫੀ ਚਿਰ ਬਾਅਦ ਕਿਤੋਂ ਇਕੱਠਾ ਮਿਲਿਆ ਸੀ। ਸਾਰੇ ਅਫਸਰ ਬਹੁਤ ਖੁਸ਼ ਸਨ। ਸਭ ਫੌਜੀ ਦਾ ਮੋਰਚਾ ਵੇਖਣ ਗਏ ਕਿ ਐਡੇ ਕਰੜੇ ਬੰਦੇ ਨੇ ਕਿਹੋ ਜਿਹਾ ਮੋਰਚਾ ਬਣਾਇਆ ਹੋ। ਜਿਹੜੇ ਬੰਦਿਆਂ ਨੇ ਫੌਜੀ ਨੂੰ ਤੋੜਨ ਲਈ ਜ਼ੋਰ ਲਾਇਆ ਸੀ, ਉਹਨਾਂ ਸਾਰਿਆਂ ਦੀ ਇੱਛਾ ਸੀ ਵੀ ਵੇਖੀਏ ਤਾਂ ਸਹੀ ਫੌਜੀ ਕਾਹਦੇ ਬਦਲੇ ਆਪਣੇ ਹੱਡ ਤੜਵਾਉਂਦਾ ਰਿਹਾ। ਫੌਜੀ ਤਰੀਕੇ ਨਾਲ ਉਹਨੇ ਛੋਟਾ ਜਿਹਾ ਅਤੇ ਬਹੁਤ ਵਧੀਆ ਮੋਰਚਾ ਬਣਾਇਆ ਹੋਇਆ ਸੀ। ਉੱਪਰੋਂ ਬਹੁਤ ਛੋਟਾ ਜਿਹਾ ਆਲਾ ਸੀ, ਪਰ ਵਿੱਚ 3-4 ਬੰਦੇ ਲੁਕ ਸਕਦੇ ਸਨ। ਬਾਹਰੋਂ ਕੁਝ ਪਤਾ ਨਹੀਂ ਲੱਗਦਾ ਸੀ। ਪੁਲਿਸ ਭਾਵੇਂ ਉੱਤੇ ਤੁਰੀ ਫਿਰੇ। ਅਸਲਾ ਬਹੁਤ ਸਾਫ਼ ਕਰਕੇ ਬੜੇ ਸੋਹਣੇ ਤਰੀਕੇ ਨਾਲ ਚਿਣਿਆ ਹੋਇਆ ਸੀ। ਫੌਜ ਵਾਲੇ ਵੀ ਵੇਖਣ ਆਏ ਅਤੇ ਉਹ ਮੂਵੀ ਬਣਾ ਕੇ ਲੈ ਗਏ। ਅਸਲਾ ਫੜਨ ਦੀ ਸਾਰੀ ਕਾਰਵਾਈ ਤੋਂ ਰਾਤ ਦੇ ਕੋਈ 11 ਵਜੇ ਹੋਣਗੇ ਜਦੋਂ ਐਸਪੀ ਸ਼ਰਾਬੀ ਹੋ ਕੇ ਤਫਤੀਸ਼ੀ ਥਾਣੇ ਆ ਗਿਆ। ਬਾਕੀ ਸਾਰੇ ਅਫਸਰ ਵੀ ਨਾਲ ਸਨ। ਆਉਂਦਿਆਂ ਹੀ ਉਹ ਬਜ਼ੁਰਗ ਦੇ ਸਾਹਮਣੇ ਕੁਰਸੀ ਢਾਹ ਕੇ ਬੈਠ ਗਿਆ ਅਤੇ ਉੱਚੀ ਗਾਲਾਂ ਕੱਢਣ ਲੱਗ ਪਿਆ। ਅੱਜ ਫੌਜੀ ਨੂੰ ਕਿਸੇ ਨੇ ਛੂਹਿਆ ਤੱਕ ਨਹੀਂ ਸੀ। ਸਾਬ ਘੰਟਾ ਭਰ ਉੱਥੇ ਬੈਠ ਕੇ ਪੀਂਦਾ ਰਿਹਾ, ਨਾਲੇ ਉਹ ਫੌਜੀ ਨੂੰ ਅਤੇ ਖਾੜਕੋਂ ਨੂੰ ਗਾਲਾਂ ਕੱਢਦਾ ਰਿਹਾ। ਫੌਜੀ ਬਿਲਕੁਲ ਹੀ ਚੁੱਪ ਰਿਹਾ ਤੇ ਇੱਕ ਪਾਸੇ ਝਾਕੀ ਗਿਆ। ਗੱਲ ਸੁਣਾਉਣ ਵਾਲੇ ਅਫਸਰ ਨੇ ਯਾਦ ਕਰਦਿਆਂ ਕਿਹਾ ਕਿ ਫੌਜੀ ਬੜੀ ਚੀਜ਼ ਸੀ। ਐਸਪੀ ਦੇ ਬਹੁਤ ਵਾਰ ਕਹਿਣ 'ਤੇ ਉਹਨੇ ਕੁਝ ਗੱਲਾਂ ਦੇ ਉੱਤਰ ਦਿੱਤੇ, ਪਰ ਬੜੇ ਛੋਟੇ ਅਤੇ ਕਮਾਲ ਦੇ ਉੱਤਰ ਦਿੱਤੇ। ਜਦੋਂ ਐਸਪੀ ਨੇ ਉਹਨੂੰ ਕਿਹਾ ਕਿ ਜੇ ਤੂੰ ਇੰਨਾ ਕੁਝ ਦੇਸ਼ ਲਈ ਕਰਦਾ, ਤੈਨੂੰ ਪਤਾ ਤੈਨੂੰ ਕਿੰਨਾ ਮਾਣ ਸਨਮਾਨ ਮਿਲਣਾ ਸੀ। ਫੌਜੀ ਨੇ ਹੌਲੀ ਦੇਣੇ ਪਰ ਪੂਰੇ ਜਜ਼ਬੇ ਨਾਲ ਕਿਹਾ, ਜੋ ਦੇਸ਼ ਨੇ ਦਿੱਤਾ ਉਹਦੇ ਕਰਕੇ ਹੀ ਤਾਂ ਇਹ ਸਭ ਹੈ। ਸਾਹਿਬ ਨੇ ਦੂਜਾ ਸਵਾਲ ਪੁੱਛਿਆ ਕਿ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਤੇਰਾ ਮੁੰਡਾ ਫੜਿਆ ਗਿਆ ਅਤੇ ਚੱਲ ਵੀ ਪਿਆ, ਫਿਰ ਤੂੰ ਭੱਜਿਆ ਕਿਉਂ ਨਹੀਂ? ਫੌਜੀ ਪੁੱਠਾ ਸਿਰ ਮਾਰ ਕੇ ਕਹਿੰਦਾ, ਮੈਂ ਭੱਜ ਨਹੀਂ ਸਕਦਾ। ਸਾਹਿਬ ਨੇ ਤੀਜਾ ਸਵਾਲ ਚੁੱਭ ਕੇ ਕੀਤਾ, ਤੂੰ ਅਮਰਧਾਰੀ ਨਿਤਨੇਮੀ ਹੈ, ਤੂੰ ਝੂਠ ਕਿਉਂ ਬੋਲਿਆ? ਫੌਜੀ ਨੇ ਬਹੁਤ ਜ਼ੋਰ ਨਾਲ ਕਿਹਾ, ਮੈਂ ਸੱਚ 'ਤੇ ਹੀ ਖੜਿਆ ਹਾਂ।
ਸਾਹਬ ਨੇ ਸਿੱਧਾ ਉਹਦੀਆਂ ਅੱਖਾਂ 'ਚ ਝਾਕ ਕੇ ਪੁੱਛਿਆ, ਹੁਣ ਤੇਰੇ ਨਾਲ ਕੀ ਸਲੂਕ ਕਰੀਏ? ਫੌਜੀ ਨੇ ਉਵੇਂ ਹੀ ਉੱਤਰ ਦਿੱਤਾ, ਪੂਰੇ ਠਰਮੇ ਨਾਲ, ਜਿਵੇਂ ਪਹਿਲੇ ਦਿਨ ਪਹਿਲੇ ਸਵਾਲ ਦਾ ਦਿੱਤਾ। ਉਹਨੂੰ ਕੋਈ ਡਰ ਘਬਰਾਹਟ ਨਹੀਂ ਸੀ। ਇੱਦਾਂ ਲੱਗਦਾ ਸੀ ਜਿਵੇਂ ਸਾਹਬ ਸੱਚੀ ਉਹਦੀ ਮਰਜ਼ੀ ਪੁੱਛ ਰਿਹਾ ਹੋਵੇ। ਫੌਜੀ ਕਹਿੰਦਾ, ਜਿਵੇਂ ਤੁਹਾਡੀ ਮਰਜ਼ੀ। ਅੱਧੀ ਰਾਤ ਲੰਘ ਗਈ ਸੀ। ਸਾਹਬ ਨੇ ਇਸ਼ਾਰਾ ਕਰਕੇ ਸਾਥੋਂ ਉਹ ਖਾੜਕੂ ਨੂੰ ਉੱਥੇ ਮੰਗਵਾਇਆ ਅਤੇ ਉਹ ਬਜ਼ੁਰਗ ਦੇ ਸਾਹਮਣੇ ਕਰਕੇ ਉਹਦੇ ਮੱਥੇ ਵਿੱਚ ਪਿਸਤੌਲ ਰੱਖ ਕੇ ਗੋਲੀ ਮਾਰ ਦਿੱਤੀ। ਉਹ ਡਿੱਗ ਕੇ ਕੁਝ ਤੜਫਿਆ। ਸਾਹਬ ਉਹਦੇ ਮੂੰਹ ਵੱਲ ਵੇਂਦਾ ਰਿਹਾ, ਪਰ ਫੌਜੀ ਨੇ ਇੱਕ ਵਾਰ ਵੀ ਉਹ ਨੌਜਵਾਨ ਵੱਲ ਨਹੀਂ ਵੇਖਿਆ। ਉਹਦੇ ਵਾਸਤੇ ਉਹ ਪਹਿਲਾਂ ਹੀ ਮਰ ਗਿਆ ਸੀ। ਉਹਨੂੰ ਕੋਈ ਫਰਕ ਹੀ ਨਹੀਂ ਪਿਆ। ਸਾਹਬ ਨੇ ਗਾਲ ਕੱਢ ਕੇ ਕਿਹਾ, ਤੂੰ ਬੜਾ ਕੁੱਤਾ ਬੁੱਢਾ ਹੈ। ਜੇਕਰ ਮੈਂ ਦੇਸ਼ ਦਾ PM ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਤੈਨੂੰ ਵੱਡਾ ਜਰਨੈਲ ਬਣਾਉਂਦਾ। ਉਸ ਵੇਲੇ ਸਾਹਬ ਨਾਲ ਉਹ ਫੌਜੀ ਅਫਸਰ ਵੀ ਸੀ ਜਿਸ ਨੇ ਪਹਿਲਾਂ ਉਹਦੀ ਸਾਡੇ ਤੋਂ ਖਾੜਕੂ ਸਿੰਘ ਕਹਿਣ ਵਾਲੇ ਮਾਮਲੇ 'ਚ ਜਾਨ ਛੁਡਾਈ ਸੀ। ਸਾਹਬ ਉੱਠ ਕੇ ਖੜ੍ਹਾ ਹੋ ਗਿਆ ਤੇ ਉਹ ਅਫਸਰ ਨੂੰ ਕਹਿਣ ਲੱਗਾ, ਆਫੀਸਰ, ਹੁਣ ਇਹ ਤੁਹਾਡੇ ਹਵਾਲੇ ਹੈ। ਨਾਲ ਪੁੱਠਾ ਹੱਥ ਮਾਰਿਆ ਤੇ ਇੱਕ ਲਫ਼ਜ਼ ਬੋਲਿਆ, ਫਿਨਿਸ਼। ਮੁੜ ਕੇ ਤਾਕੀਦ ਵਜੋਂ ਕਿਹਾ, ਗੋਲੀ ਛਾਤੀ 'ਚ ਮਾਰਿਓ। ਉਹਨਾਂ ਵੇਲਿਆਂ ਵਿੱਚ ਛੋਟੇ ਪੱਧਰ 'ਤੇ ਫੌਜ ਅਤੇ CRPF ਦੀ ਕਮਾਂਡ IPS ਪੁਲਿਸ ਅਫਸਰਾਂ ਕੋਲ ਹੁੰਦੀ ਸੀ। ਉਹ ਫੌਜੀ ਅਫਸਰ ਦੁਚਿੱਤੀ ਜਿਹੀ ਵਿੱਚ ਸੀ, ਪਰ ਉਹ ਹੁਕਮ ਨੂੰ ਟਾਲ ਨਹੀਂ ਸਕਦਾ ਸੀ। ਉਸ ਫੌਜੀ ਨੂੰ ਲੈ ਗਏ। ਪਤਾ ਨਹੀਂ ਕੀ ਕਰਿਆ, ਯਕੀਨਨ ਮਾਰਿਆ ਹੀ ਹੋਣਾ। ਪੁਲਿਸ ਅਫਸਰ ਵੱਲੋਂ ਸੁਣਾਈ ਕਹਾਣੀ ਸੱਚੀ ਜਾਪਦੀ ਸੀ, ਕਿਉਂਕਿ ਜਿਸ ਤਰ੍ਹਾਂ ਉਹਨੇ ਸੁਣਾਈ ਸੀ ਉਸ ਫੌਜੀ ਦੇ ਕਿਰਦਾਰ ਦੀ ਪਕਿਆਈ ਸੀ ਜੋ ਉਹਦੇ ਉੱਤੇ ਜ਼ੁਲਮ ਕਰਨ ਵਾਲਿਆਂ ਦੇ ਅੰਦਰ ਵੀ ਇਬਾਰਤ ਵਾਂਗ ਖੁਣੀ ਗਈ ਸੀ। ਮੈਨੂੰ ਜਾਪਿਆ ਕਿ ਉਹ ਅਫਸਰ ਨੇ ਤਾਂ ਜਿਵੇਂ ਮੈਨੂੰ ਇਹ ਕਹਾਣੀ ਸੁਣਾ ਕੇ ਆਪਣਾ ਸਾਰਾ ਚਿਰਾਂ ਦਾ ਭਾਰ ਹੌਲਾ ਕੀਤਾ ਸੀ। ਉਹ ਫੌਜੀ ਖਾੜਕੂ ਲਹਿਰ ਦੇ ਉਹਨਾਂ ਹੀਰਿਆਂ ਵਿੱਚੋਂ ਸੀ ਜਿਨ੍ਹਾਂ ਕਰਕੇ ਹਕੂਮਤ ਵੀ ਪੁਲਿਸ ਦੇ ਰੂਪ ਵਿੱਚ ਸਿੰਘਾਂ ਦੇ ਕਿਰਦਾਰ ਨੂੰ ਸਲਾਮ ਕਰਦੀ ਸੀ। ਉਹ ਵੱਡੇ ਸਾਹਿਬ ਦੀਆਂ ਗਾਲਾਂ ਵੀ ਕਾਜੀ ਨੂਰ ਮੁਹੰਮਦ ਦੇ ਜੰਗਨਾਮੇ ਵਿੱਚ ਸਿੰਘਾਂ ਨੂੰ ਕੁੱਤੇ ਕਹਿਣ ਵਾਂਗ ਸਿੰਘਾਂ ਦੀ ਤਾਰੀਫ ਹੀ ਸਨ। ਉਸ ਰਾਤ ਮੈਨੂੰ ਬਹੁਤ ਚਿਰ ਨੀਂਦ ਨਹੀਂ ਆਈ। ਮੁੜ ਮੁੜ ਉਹ ਬੇਨਾਮ ਫੌਜੀ ਦਾ ਚਿਹਰਾ ਅੱਖਾਂ ਅੱਗੇ ਬਣਦਾ ਰਿਹਾ। ਕਿਵੇਂ ਵੱਡੇ ਨਾਂ ਵਾਲੇ ਬੰਦੇ ਲੀਰਾਂ ਦੀ ਖਿੱਦੋਂ ਨਿਕਲ ਜਾਂਦੇ ਹਨ ਅਤੇ ਕਿਵੇਂ ਇੱਕ ਸਾਦੇ ਬੰਦੇ ਦਾ ਕਿਰਦਾਰ ਨਿਰਾ ਸੋਨਾ ਨਿਕਲਦਾ ਹੈ। ਸਾਡੀ ਦੁਨੀਆ ਵਿੱਚ ਦਲੇਰੀ ਦੇ ਪੈਮਾਨੇ ਵੀ ਸਹੀ ਨਹੀਂ ਹਨ। ਅਸੂਲਾਂ ਦੀ ਕੀਮਤ ਤਾਰਨ ਤੋਂ ਬਿਨਾਂ ਦਲੇਰੀ ਕਾਹਦੀ ਹੈ? ਅਸੂਲ ਵੀ ਉਦੋਂ ਹੀ ਪੱਕੇ ਹੁੰਦੇ ਹਨ ਜਦੋਂ ਡਾਢੇ ਵਿਸ਼ਵਾਸ ਨਾਲ ਜੁੜੇ ਹੋਣ। ਪੱਕੇ ਨਿਸ਼ਚੇ ਬਿਨਾਂ ਬੰਦੇ ਦੀ ਹਸਤੀ ਦੀਆਂ ਤੰਦਾਂ ਬਹੁਤ ਕਮਜ਼ੋਰ ਹੁੰਦੀਆਂ ਹਨ। ਇਹ ਕਦੋਂ ਵੀ ਕਿਸੇ ਮੁਸੀਬਤ ਨਾਲ ਉੱਧੜ ਸਕਦੀਆਂ ਹਨ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 9ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।